Today's chapter is real number and topic is rational number. Please subscribe my YouTube channel IPS Math Classes. 10ਵੀਂ ਜਮਾਤ ਦੇ ਵਿਦਿਆਰਥੀਆਂ ਦਾ IPS Math Classes ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਅਭਿਆਸ 1.4 ਵਾਸਤਵਿਕ ਸੰਖਿਆਵਾਂ ਦੇ ਵਿੱਚ ਪਰਿਮੇਯ ਸੰਖਿਆਵਾਂ ਦੇ ਦਸ਼ਮਲਵ ਪ੍ਰਸਾਰ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਵਿਦਿਆਰਥੀਓ ਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਹਨ, ਜਿਨ੍ਹਾਂ ਸੰਖਿਆਵਾਂ ਨੂੰ ਆਪਾਂ P/Q ਦੇ ਰੂਪ ਵਿੱਚ ਲਿਖ ਸਕਦੇ ਹਾਂ। P/Q ਦੇ ਰੂਪ ਵਿੱਚ ਮਤਲਬ 2/3 ਜਿਹੜੀ ਸੰਖਿਆ ਜਿਵੇਂ ਉਹ ਪਰਿਮੇਯ ਸੰਖਿਆ ਹੈ, ਜਿੱਥੇ P ਤੇ Q ਸਹਿ ਅਭਾਜ ਹਨ। ਸਹਿ ਅਭਾਜ ਦਾ ਮੀਨਿੰਗ ਹੈ ਇੱਕ ਦੂਸਰੇ ਨੂੰ ਇਹ ਨਹੀਂ ਕੱਟਦੀਆਂ, ਮਤਲਬ ਜਿਵੇਂ 2/3 ਹੈ, 2 ਤੇ 3 ਸਹਿ ਅਭਾਜ ਸੰਖਿਆਵਾਂ ਨੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ। ਜਿਵੇਂ 4/6 ਇਹਦੇ ਵਿੱਚ 2 ਸਾਂਝਾ ਗੁਣਨਖੰਡ ਹੈ, ਲੇਕਿਨ ਅਗਰ ਇਹਨੂੰ 2 ਨਾਲ ਕੱਟ ਦਈਏ 2/3 ਫਿਰ ਇਹ ਸੰਖਿਆਵਾਂ ਕਿਹੜੀਆਂ ਬਣ ਜਾਣਗੀਆਂ, ਸਹਿ ਅਭਾਜ। ਆਪਾਂ ਕੀ ਕਰਨਾ ਹੈ, Q ਦੇ ਅਭਾਜ ਗੁਣਨਖੰਡ ਜਿਹੜੀ ਬਟੇ ਵਾਲੀ ਰਕਮ ਹੋਊਗੀ ਨੀਚੇ ਵਾਲੀ ਉਸ ਦੇ ਗੁਣਨਖੰਡ ਬਣਾਉਣੇ ਹੈ। ਅਗਰ ਗੁਣਨਖੰਡ 2 ਦੀ ਪਾਵਰ n ਜਾਂ 5 ਦੀ ਪਾਵਰ n ਜਾਂ ਦੋਵੇਂ ਰੂਪ ਦੇ ਵਿੱਚ ਹੀ ਆ ਜਾਣ ਤਾਂ ਇਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੋਵੇਗਾ। ਸ਼ਾਂਤ ਦਾ ਮੀਨਿੰਗ ਕੀ ਹੈ, ਜਦੋਂ ਆਪਾਂ ਕਿਸੇ ਵੀ ਸੰਖਿਆ ਨੂੰ ਭਾਗ ਕਰਦੇ ਹਾਂ, ਅਗਰ ਉਸ ਦੀ ਭਾਗ ਪੁਆਇੰਟ ਤੋਂ ਬਾਅਦ ਦਸ਼ਮਲਵ ਤੋਂ ਬਾਅਦ ਖਤਮ ਹੋ ਜਾਂਦੀ ਹੈ ਤਾਂ ਉਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੁੰਦਾ ਹੈ। ਪਰ ਕਿਸੇ ਦੀ ਦਸ਼ਮਲਵ ਭਾਗ ਕਰਨ ਤੋਂ ਬਾਅਦ ਦਸ਼ਮਲਵ ਤੋਂ ਬਾਅਦ ਉਹ ਚੱਲਦਾ ਹੀ ਰਹਿੰਦਾ ਹੈ ਤਾਂ ਉਸ ਨੂੰ ਅਸ਼ਾਂਤ ਬੋਲਦੇ ਹੈ। ਪਰ ਆਪਾਂ ਬਿਨਾਂ ਭਾਗ ਕੀਤਿਆਂ ਸੰਖਿਆ ਦਾ ਦਸ਼ਮਲਵ ਪ੍ਰਸਾਰ ਪਤਾ ਕਰਨਾ ਹੈ, ਸ਼ਾਂਤ ਹੈ ਜਾਂ ਅਸ਼ਾਂਤ ਹੈ। ਇਸ ਲਈ ਆਪਾਂ ਅਭਾਜ ਗੁਣਨਖੰਡ ਵਿਧੀ ਦੀ ਵਰਤੋਂ ਕਰਾਂਗੇ। ਉਦਾਹਰਨ ਦੇ ਤੌਰ ਤੇ ਅਗਰ 2 ਨੂੰ 3 ਨਾਲ ਭਾਗ ਕਰੀਏ ਤਾਂ ਉਸ ਦਾ ਦਸ਼ਮਲਵ ਜਿਹੜਾ 0.2 ਨੂੰ 3 ਤੇ ਭਾਗ ਕਰੀਏ 0.20 ਲਗਾ ਕੇ 6 ਇਸ ਦੀ ਭਾਗ ਜਿਹੜੀ ਹੈ ਉਹ ਚਲਦੀ ਜਾਂਦੀ ਹੈ 6। ਅਗਰ ਇਹ ਚਲਦੀ ਜਾਂਦੀ ਹੈ 2/3 ਦਾ ਦਸ਼ਮਲਵ ਪ੍ਰਸਾਰ ਕਿੰਨਾ ਆ ਗਿਆ 0.666। ਇਸ ਤਰ੍ਹਾਂ ਚੱਲਦਾ ਹੀ ਜਾਂਦਾ 6 ਦੇ ਉੱਪਰ ਆਪਾਂ ਬਾਰ ਲਗਾ ਦਿੰਦੇ ਹਾਂ ਤਾਂ ਇਸ ਨੂੰ ਦਸ਼ਮਲਵ ਪ੍ਰਸਾਰ ਨੂੰ ਕੀ ਬੋਲਦੇ ਹਾਂ, ਅਸ਼ਾਂਤ। ਇਸੇ ਤਰੀਕੇ ਨਾਲ ਆਪਾਂ ਬਿਨਾਂ ਭਾਗ ਕੀਤਿਆਂ ਆਓ ਸਿੱਖਦੇ ਹਾਂ ਅਭਿਆਸ 1.4 ਦਾ ਪਹਿਲਾ ਕੁਐਸਚਨ 13/3125। ਤਾਂ ਸਭ ਤੋਂ ਪਹਿਲਾਂ ਵਿਦਿਆਰਥੀਓ ਕੀ ਕਰਨਾ ਹੈ, ਇਹ ਪਰਿਮੇਯ ਸੰਖਿਆ ਹੈ। ਪਰਿਮੇਯ ਸੰਖਿਆ ਨੂੰ P/Q ਦੇ ਰੂਪ ਵਿੱਚ ਲਿਖ ਸਕਦੇ ਹਾਂ। ਦੇਖੋ P/Q, P ਤੇ Q ਸਹਿ ਅਭਾਜ ਹਨ, ਇੱਕ ਦੂਸਰੇ ਨੂੰ ਇਹ ਨਹੀਂ ਕੱਟ ਸਕਦੇਗੇ। ਇਹ ਦੋਵੇਂ ਸਹਿ ਅਭਾਜ ਸੰਖਿਆਵਾਂ ਹਨ। Q ਦੇ ਗੁਣਨਖੰਡ ਇਹ ਕਿਹੜੀ ਸੰਖਿਆ ਹੋਗੀ, P/Q। ਤਾਂ ਸਭ ਤੋਂ ਪਹਿਲਾਂ ਤੁਸੀਂ Q ਦੇ ਗੁਣਨਖੰਡ, Q ਇਸ ਵਿੱਚ ਕਿੰਨਾ ਹੈ 3125। ਆਪਾਂ ਪਿਛਲੇ ਅਭਿਆਸ ਦੇ ਵਿੱਚ ਵੀ ਕੀਤਾ ਸੀਗਾ। 3125 ਦੇ ਤੁਸੀਂ ਗੁਣਨਖੰਡ ਬਣਾਓਗੇ। ਸਭ ਤੋਂ ਪਹਿਲਾਂ ਇਹ 5 ਤੇ ਚੱਲਿਆ 625, ਫਿਰ 5 ਤੇ ਚਲਾਇਆ ਭਾਗ ਕੀਤਾ 125, ਫਿਰ 5 ਨਾਲ ਡਿਵਾਈਡ ਕਰਾਂਗੇ ਆਪਾਂ ਇਸ ਨੂੰ 25, ਫਿਰ 5 ਨਾਲ ਡਿਵਾਈਡ ਕਰਾਂਗੇ 5 ਤੇ ਫਿਰ 5 ਨਾਲ ਡਿਵਾਈਡ ਕਰਾਂਗੇ ਤਾਂ 1 ਆ ਗਿਆ। ਇਸ ਤਰ੍ਹਾਂ ਜਿਹੜੇ Q ਦੇ ਗੁਣਨਖੰਡ ਹੈ ਉਹ ਕਿੰਨੇ ਆ ਗਏ ਜੀ, 5 ਗੁਣਾ 5 ਗੁਣਾ 5 ਗੁਣਾ 5 ਗੁਣਾ 5, ਮਤਲਬ Q ਦੀ ਵੈਲਿਊ ਆ ਗਈ 5 ਦੀ ਪਾਵਰ 5। ਮੈਂ ਉੱਪਰ ਹੀ ਦੱਸ ਚੁੱਕਿਆ ਪਰਿਮੇਯ ਸੰਖਿਆਵਾਂ P/Q ਜਿੱਥੇ P ਅਤੇ Q ਸਹਿ ਅਭਾਜ ਹਨ ਅਤੇ Q ਦੇ ਅਭਾਜ ਗੁਣਨਖੰਡ 2 ਦੀ ਪਾਵਰ n ਜਾਂ 5 ਦੀ ਪਾਵਰ n ਜਾਂ ਦੋਵੇਂ ਹੀ ਹੋਣ ਦੇ ਰੂਪ ਵਿੱਚ ਹੋਣ ਤਾਂ ਇਸ ਦਾ ਦਸ਼ਮਲਵ ਪ੍ਰਸਾਰ ਕੀ ਹੋਵੇਗਾ, ਸ਼ਾਂਤ ਹੋਵੇਗਾ। ਤਾਂ ਇਸ ਦੇ ਦਸ਼ਮਲਵ ਪ੍ਰਸਾਰ ਕੀ ਆ ਗਏ, 13/3125 ਦੇ ਪਰਿਮੇਯ ਸੰਖਿਆ ਦੇ ਅਭਾਜ ਗੁਣਨਖੰਡ ਵਿੱਚ, ਦੁਬਾਰਾ ਦੱਸਦੇ ਹਾਂ ਜੀ, 3125 ਪਰਿਮੇਯ ਸੰਖਿਆ ਵਿੱਚ Q ਦੇ
ਅਪਾਜ ਗੁਣਨਖੰਡ ਪੰਜ ਦੀ ਪਾਵਰ 5 ਦੇ ਰੂਪ ਵਿੱਚ ਹਨ। ਅਗਰ 5 ਦੀ ਪਾਵਰ 5 ਦੇ ਵਿੱਚ ਆ ਜਾਏ ਤਾਂ ਇਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੋਵੇਗਾ। ਕੀ ਹੋਵੇਗਾ ਜੀ? ਸ਼ਾਂਤ। ਆਓ ਆਪਾਂ ਕੁਝ ਹੋਰ ਕੁਐਸਚਨਸ ਕਰਦੇ ਹਾਂ ਜਿਸ ਨਾਲ ਆਪਾਂ ਨੂੰ ਹੋਰ ਕਲੈਰਿਟੀ ਮਿਲੂਗੀ। ਅਗਲਾ ਕੁਐਸਚਨਸ, ਸੈਕਿੰਡ ਕੁਐਸਚਨ, 17/8 ਇਸ ਵਿੱਚ P/Q ਦੇ ਰੂਪ ਵਿੱਚ ਲਿਖਾਂਗੇ ਤਾਂ Q ਕਿੰਨਾ ਇਹਦੇ ਵਿੱਚ? 8। ਤਾਂ ਬਹੁਤ ਹੀ ਆਸਾਨ ਕੁਐਸਚਨ। 8 ਦੇ ਗੁਣਨਖੰਡ ਬਣਾਵਾਂਗੇ। ਇਸ ਦੇ ਗੁਣਨਖੰਡ ਹੁਣ ਕਿੰਨੇ ਆ ਗਏ Q ਦੇ? 2 × 2 × 2 ਮਤਲਬ Q ਦੀ ਪਾਵਰ ਕਿੰਨੀ ਆ ਗਈ? 2 ਦੀ ਪਾਵਰ 3। ਉੱਪਰ ਫਿਰ ਦੇਖੋ, ਪਰਿਮੇਯ ਸੰਖਿਆ P/Q ਦੇ Q ਦੇ ਗੁਣਨਖੰਡ 2 ਦੀ ਪਾਵਰ m ਤੇ 5 ਦੇ ਪਾਵਰ n ਦੇ ਰੂਪ ਵਿੱਚ ਹੋਣ ਤਾਂ ਇਸ ਦਾ ਦਸ਼ਮਲਵ ਪ੍ਰਸਾਰ ਕੀ ਹੋਵੇਗਾ? ਸ਼ਾਂਤ। ਤਾਂ 17/8 ਦੇ ਵਿੱਚ Q ਦੇ ਗੁਣਨਖੰਡ 2 ਦੀ ਪਾਵਰ n ਦੇ ਰੂਪ ਵਿੱਚ ਹਨ। ਇਸ ਲਈ ਇਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੋਵੇਗਾ। ਸ਼ਾਂਤ ਹੋਵੇਗਾ। ਆਓ ਆਪਾਂ ਇੱਕ ਅਜਿਹਾ ਕੁਐਸਚਨ ਕਰਦੇ ਹਾਂ ਜਿਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਨਹੀਂ ਹੈ। ਸਭ ਤੋਂ ਪਹਿਲਾਂ ਕੁਐਸਚਨ ਨੰਬਰ 5, 29/343 P/Q। ਤਾਂ Q ਇਸ ਵਿੱਚ ਕਿੰਨਾ ਹੈ? 343। 343 ਦੇ ਗੁਣਨਖੰਡ ਬਣਾਉਂਗੇ। 7 ਤੇ ਚਲਾਵਾਂਗੇ 49, ਫਿਰ 7 ਤੇ ਚੱਲੂਗਾ 7, ਫਿਰ 7 ਤੇ ਚੱਲੂਗਾ 1। ਤਾਂ ਹੁਣ ਦੇਖੋ Q ਦੇ ਗੁਣਨਖੰਡ 7 × 7 × 7 Q ਦੇ ਗੁਣਨਖੰਡ ਆ ਗਏ 7 ਦੀ ਪਾਵਰ 3। ਤਾਂ ਹੁਣ ਦੇਖੋ ਪਰਿਮੇਯ ਸੰਖਿਆ P/Q ਦੇ ਜਿਹੜੇ ਗੁਣਨਖੰਡ ਹੈ ਉਹ 2 ਦੀ ਪਾਵਰ n ਤੇ 5 ਦੀ ਪਾਵਰ n ਦੇ ਰੂਪ ਵਿੱਚ ਨਹੀਂ ਆਏ ਤਾਂ ਇਸ ਲਈ ਇਸ ਦਾ ਦਸ਼ਮਲਵ ਪ੍ਰਸਾਰ ਕੀ ਹੋਵੇਗਾ? ਸ਼ਾਂਤ। ਤਾਂ ਤੁਸੀਂ ਲਿਖੋਗੇ 29/343 ਦੇ Q ਦੇ ਅਭਾਜ ਗੁਣਨਖੰਡ 2 ਦੀ ਪਾਵਰ n ਜਾਂ 5 ਦੀ ਪਾਵਰ n ਦੇ ਰੂਪ ਵਿੱਚ ਨਹੀਂ ਹਨ। ਇਸ ਲਈ ਇਸ ਦਾ ਦਸ਼ਮਲਵ ਪ੍ਰਸਾਰ ਅਸ਼ਾਂਤ ਹੋਵੇਗਾ। ਮਤਲਬ ਇਸ ਦੀ ਭਾਗ ਜਦੋਂ ਕਰਾਂਗੇ ਬਿਨਾਂ ਮਤਲਬ ਆਪਾਂ ਭਾਗ ਕੀਤਾ ਦੱਸਦਾ, ਇਸ ਦੀ ਭਾਗ ਜਿਹੜੀ ਹੈ ਉਹ ਖਤਮ ਨਹੀਂ ਹੋਏਗੀ, ਚਲਦੀ ਜਾਏਗੀ। ਆਓ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ। ਹੋਰ ਜਿਹੜੇ ਸਹਿ ਅਭਾਜ ਸੰਖਿਆਵਾਂ ਨਹੀਂ ਹਨ ਪਹਿਲਾਂ ਉਸ ਨੂੰ ਸਹਿ ਅਭਾਜ ਬਣਾਵਾਂਗੇ। ਉਦਾਹਰਨ ਦੇ ਤੌਰ ਤੇ ਕੁਐਸਚਨ ਨੰਬਰ 8, 6/15। ਸਭ ਤੋਂ ਪਹਿਲਾਂ ਇਹ ਸਹਿ ਅਭਾਜ ਸੰਖਿਆ ਨਹੀਂ ਹੈ, ਇਹਨਾਂ ਦੋਨਾਂ ਦੇ ਵਿੱਚ ਸਾਂਝੀ ਟਰਮ ਆ ਰਹੀ ਹੈ। ਪਹਿਲਾਂ ਇਸ ਨੂੰ ਥੋੜ੍ਹਾ ਜਿਹਾ ਸੋਲਵ ਕਰਾਂਗੇ। ਉੱਪਰ ਵਾਲੇ ਨੂੰ ਲਿਖ ਸਕਦੇ ਹਾਂ 3 × 2 ਔਰ ਥੱਲੇ ਵਾਲੀ ਸੰਖਿਆ ਨੂੰ ਕੀ ਲਿਖ ਸਕਦੇ ਹਾਂ? 3/5। ਤਾਂ 3 ਨਾਲ 3 ਕੈਂਸਲ ਤਾਂ ਆਪਣੇ ਕੋਲ ਸੰਖਿਆ ਕਿੰਨੀ ਆ ਗਈ? 2/5। ਤਾਂ ਹੁਣ P/Q Q ਦਾ ਰੂਪ ਜਿਹੜਾ ਕਿੰਨਾ ਆ ਗਿਆ? 5। 5 ਦੇ ਗੁਣਨਖੰਡ ਬਣਾਵਾਂਗੇ ਉਹ 5 ਹੀ ਬਣਨਗੇ। ਤਾਂ ਇਸ ਦੇ ਗੁਣਨਖੰਡ ਅਭਾਜ ਗੁਣਨਖੰਡ 2 ਦੀ ਪਾਵਰ n ਜਾਂ 5 ਦੀ ਪਾਵਰ n ਦੇ ਰੂਪ ਵਿੱਚ ਹਨ। ਇਸ ਲਈ ਇਸ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੋਵੇਗਾ। ਉਮੀਦ ਕਰਦਾ ਤੁਹਾਨੂੰ ਇਹ ਐਕਸਰਸਾਈਜ਼ ਸਮਝ ਆਈ ਹੋਵੇਗੀ।
Thanks for watching my video. For more video, please subscribe my YouTube channel IPS Math Classes.